ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ 03 ਜੌਲ ਸਾਹਿਬ a very good morning ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਅਰਸ਼, ਬਹੁਤ ਮਿਹਰਬਾਨੀ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਣ। ਵਤਨ ਨੇ ਬੁਲਾਇਆ ਹੈ ਬੁਲਾਇਆ ਹੈ ਬੁਲਾਇਆ ਹੈ, ਕਿਆ ਬਾਤ ਹੈ। ਇਹ ਨਿਊਜ਼ ਸੁਣਨ ਲਈ ਤਾਂ ਕਾਫੀ ਸਾਡੇ ਦਰਸ਼ਕ ਸਰੋਤੇ ਤਰਸ ਗਏ ਆ। ਇੰਡੀਆ ਟੂਰਿਸਟ ਵੀਜ਼ਾ ਐਪਲੀਕੇਸ਼ਨ ਕੈਨ ਬੀ ਫਾਈਲਡ ਫਰਮ ਟੂਡੇ। ਹਾਂ ਯੈਸ ਅਰਸ਼, ਵੈਸੇ ਜਿਹੜੀ ਬੁਲਾਉਣ ਵਾਲੀ ਗੱਲ ਹੈ ਨਾ ਤਾਂ ਉਹ ਅਜੇ ਖੁੱਲ ਕੇ ਨਹੀਂ ਉਹ ਸਾਹਮਣੇ ਆ ਰਹੇ, ਕਿਉਂਕਿ ਅੱਜ ਵੀ ਜਿਹੜਾ ਰਿਪੋਰਟ ਗਵਰਨਮੈਂਟ ਨੇ ਅਫੀਸ਼ੀਅਲੀ ਜਾਣੀ ਇਸ਼ੂ ਕੀਤੀ ਹੈ ਜੀ ਕਿ ਸਾਡੇ ਮੁਲਕ ਦੇ ਵਿੱਚ 463 ਲੋਕ ਘੱਟੋ ਘੱਟ 463 ਮੌਤਾਂ ਪਿਛਲੇ 24 ਘੰਟਿਆਂ 'ਚ ਕੋਵਿਡ ਕਰਕੇ ਹੋਈਆਂ ਹੈ, ਅਫੀਸ਼ੀਅਲੀ ਉਹਨਾਂ ਨੇ ਮੰਨਿਆ। ਯੈਸ। ਸੋ ਉਸ ਕਰਕੇ ਇਹ ਹੈ ਜੀ ਕਿ ਹੁਣ ਫੂਕ ਕੇ ਇਹ ਕਦਮ ਰੱਖਣ ਵਾਲੀ ਗੱਲ ਹੈ ਵੀ ਇੰਡੀਆ ਦਾ ਜਿਹੜਾ ਤੁਹਾਨੂੰ ਪਤਾ ਆਪਾਂ ਲੰਬੀਆਂ ਲਾਈਨਾਂ ਦੀਆਂ ਇੱਥੇ ਗੱਲ ਕਰ ਚੁੱਕੇ ਹਾਂ BLS ਆਫਿਸ ਦੇ ਬਾਹਰ ਜੀ, ਤੇ ਹੁਣ ਉਹ ਕਹਿ ਰਿਹਾ ਜੀ ਕਿ ਅਸੀਂ 15 ਨਵੰਬਰ ਤੋਂ ਟੂਰਿਜ਼ਮ ਵਾਸਤੇ ਕੰਟਰੀ ਨੂੰ ਖੋਲਾਂਗੇ, ਪਰ ਹਰ ਇੱਕ ਭੈਣ ਭਰਾ ਜਿਹੜੇ ਹੈਗੇ ਆ OCI ਵਾਲਿਆਂ ਦੀ ਤੇ ਗੱਲ ਵੱਖਰੀ ਵੀ ਉਹਨਾਂ ਨੂੰ ਤਾਂ ਨਹੀਂ ਇਹਦੇ ਵਿੱਚ ਗੱਲ ਉਹ ਤੇ ਆ ਜਾ ਸਕਦੇ ਨੇ, ਪਰ ਜਿਨ੍ਹਾਂ ਨੂੰ ਵੀਜ਼ਾ ਲੈਣ ਦੀ ਲੋੜ ਆ ਮਤਲਬ ਟੂਰਿਜ਼ਮ ਪਰਪਜ਼ ਵਾਸਤੇ ਉਹਨਾਂ ਨੇ ਜਾਣਾ ਹੈ, ਖਾਸ ਤੌਰ ਤੇ ਜਿਹੜੇ ਫੋਰਨ ਓਰੀਜਨ ਦੇ ਲੋਕ ਹੈਗੇ ਆ ਵੀ ਉਹਨਾਂ ਨੂੰ ਵੀਜ਼ਾ ਜਿਹੜਾ ਹਰੇਕ ਨੂੰ ਨਵਾਂ ਲੈਣਾ ਪਊਗਾ। ਡਜ਼ ਨਾਟ ਮੈਟਰ ਵੀ ਜੇ ਉਹਨਾਂ ਦੇ ਪਾਸਪੋਰਟ 'ਚ ਉਹ 5 ਸਾਲ ਵਾਲਾ 10 ਸਾਲ ਵਾਲਾ ਜਾਂ ਕੋਈ ਵੀ ਜਿਹੜਾ ਲੌਂਗ ਟਰਮ ਵੀਜ਼ਾ ਲੱਗਾ ਵੀ ਉਹ ਨਹੀਂ ਰੀਇਨਸਟੇਟ ਕੀਤੇ ਗਏ, ਉਹ ਫਰਦਰ ਜਾਣੀ ਕਿ ਵੀ ਸਸਪੈਂਡਡ ਹੀ ਰਹਿਣਗੇ ਜੀ। ਉਹਦੇ ਲਈ ਫਿਰ ਜਿਹੜਾ ਜੀ ਤੇ ਐਪਲੀਕੇਸ਼ਨ ਪ੍ਰੋਸੈਸ ਜਿਸ ਤਰ੍ਹਾਂ ਤੁਸੀਂ ਅੱਜ ਕਿਹਾ ਵੀ ਉਹ ਖੋਲ੍ਹਿਆ ਗਿਆ ਤੇ ਆਪਣਾ ਜਿਹੜਾ ਨੀਅਰੈਸਟ ਕੋਈ BLS ਆਫਿਸ ਉਹਨਾਂ ਦਾ ਹੈਗਾ ਉੱਥੇ ਜਾ ਕੇ ਅਪਲਾਈ ਕੀਤਾ ਜਾ ਸਕਦਾ, ਜਿੰਨਾ ਲੋਕ ਬਰੈਂਪਟਨ ਦੇ ਵਿੱਚ ਕਰਦੇ ਆ। ਪਰ ਹੁਣ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਤੇ ਜਿੱਦਾਂ ਅੱਜ ਵੀਜ਼ਾ ਅਪਲਾਈ ਕੀਤਾ ਤੇ ਉਹਨਾਂ ਨੇ ਅਗਲੇ ਹਫ਼ਤੇ ਜਾਣਾ ਹੁੰਦਾ, ਇਹਦੇ ਵਿੱਚ ਉਹ ਕਹਿ ਰਹੇ ਆ ਕਿ ਜੇ ਅੱਜ ਅਪਲਾਈ ਕਰੋਗੇ ਤਾਂ ਹੋ ਸਕਦਾ ਜਾਣੀ ਮਹੀਨਾ ਤੁਹਾਡੀ ਵਾਰੀ ਨਾ ਆਵੇ, ਜਾਣੀ ਮਹੀਨਾ ਵੇਟ ਕਰਨੀ ਪਵੇ। ਵੀ ਕਾਹਲੇ ਪੈਣ ਦੀ ਲੋੜ ਨਹੀਂ, ਇਹ ਕਾਫੀ ਸਬਰ ਨਾਲ ਚੱਲਣ ਵਾਲਾ ਕੰਮ ਹੈ। ਸੋ ਉਸ ਕਰਕੇ ਪਰ ਇਹਦੇ ਵਿੱਚ ਚੰਗੀ ਗੱਲ ਜਾਣੀ ਇਹੀ ਆ ਕਿ ਉਹਨਾਂ ਨੇ ਵੀਜ਼ਾ ਫੀਸ ਕੋਈ ਨਹੀਂ ਲੈਣੀ। ਚਲੋ ਦੈਟਸ ਗੁੱਡ। ਹਾਂ, ਟੂਰਿਸਟ ਵੀਜ਼ਾ ਜਿਹੜਾ ਇਹ ਦੇਣਾ ਵੀ 30 ਦਿਨਾਂ ਦਾ ਹੀ ਆ, ਉਹ ਜਾਣੀ ਕਿ ਹੋਊਗਾ ਤਾਂ ਭਾਵੇਂ 4 ਮਹੀਨੇ ਦਾ ਵੈਲਿਡ ਪਾਸਪੋਰਟ ਦੇ ਵਿੱਚ ਦਿਸਦਾ, ਪਰ ਇੰਡੀਆ ਜਾ ਕੇ ਉਹਦੇ ਤੇ 30 ਦਿਨ ਹੀ ਰਿਹਾ ਜਾ ਸਕਦਾ। ਇਹ ਜੌਲ ਸਾਹਿਬ ਮਲਟੀਪਲ ਆ? ਮਲਟੀਪਲ ਐਂਟਰੀ ਨਹੀਂ, ਕਿਉਂਕਿ ਇੱਕ ਵਾਰੀ ਜਾਣਾ ਤੇ 30 ਦਿਨ ਰਹਿਣਾ। ਅੱਛਾ, ਯਾ ਸੋ ਸਿੰਗਲ ਐਂਟਰੀ ਹੈ, ਫਿਰ ਨਵਾਂ ਵੀਜ਼ਾ। ਇਹ ਜਾਣੀ ਆ ਵੀ ਜਿੰਨੀ ਵਾਰੀ ਅਪਲਾਈ ਕਰੋਗੇ ਚਲੋ ਫੀ ਉਹਨਾਂ ਨੇ ਜਿਹੜੀ ਆ ਉਹ ਕੋਈ ਨਹੀਂ ਲੈਣੀ, ਪਰ ਇਹਦੇ 'ਚ ਜਾਣੀ ਆਪਣੇ ਕੈਨੇਡੀਅਨ ਸਿਟੀਜ਼ਨਸ ਵਾਸਤੇ ਇਹੀ ਮੇਨ ਥਿੰਗ ਆ ਵੀ ਪਹਿਲਾਂ ਲੋਕ ਆਨਲਾਈਨ ਵੀਜ਼ਾ ਲੈ ਕੇ ਇੱਥੋਂ ਚਲੇ ਜਾਂਦੇ ਸੀਗੇ ਪ੍ਰਿੰਟ ਆਊਟ ਕੱਢ ਕੇ। ਉਹ ਜਿਹੜੀ ਫੈਸਿਲਿਟੀ ਵੀ ਜਾਣੀ ਅੱਜ ਦੀ ਜਿਹੜੀ ਬਿਲਕੁਲ ਫਰੈਸ਼ ਇਨਫੋਰਮੇਸ਼ਨ ਆ ਉੱਥੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੀ ਨਹੀਂ ਕੈਨੇਡੀਅਨ ਸਿਟੀਜ਼ਨਸ ਵਾਸਤੇ ਜਿਹੜੀ ਆਨਲਾਈਨ ਵੀਜ਼ਾ ਦੀ ਫੈਸਿਲਿਟੀ ਆ ਉਹ ਨਹੀਂ ਅਜੇ ਖੋਲ੍ਹੀ ਜਾ ਰਹੀ। But I think that's wrong, Jawal Sahab. I think they should open it. ਕਿਉਂਕਿ ਜੇ ਉਹਨਾਂ ਨੇ already 30 ਦਿਨ ਦਾ ਦੇਣੇ, ਤੁਸੀਂ 30 ਦਿਨ ਦਾ ਆਨਲਾਈਨ ਦੇ ਸਕਦੇ ਹੋ ਕਿ ਨਹੀਂ? ਇਹ ਕਰਨ ਨੂੰ ਤਾਂ ਫਿਰ ਸਭ ਕੁਛ ਕਰ ਸਕਦੇ, ਕਿਉਂਕਿ ਬਹੁਤ ਸਾਰੇ ਹੋਰ ਕੰਟਰੀਜ਼ ਵਾਸਤੇ ਇਨਕਲੂਡਿੰਗ US ਉਹਨਾਂ ਦੇ ਵਾਸਤੇ ਉਹਨਾਂ ਨੇ ਆਨਲਾਈਨ ਵੀਜ਼ਾ ਖੋਲ ਦਿੱਤਾ ਹੋਇਆ। ਰਾਈਟ। ਪਰ ਇਹ UK ਤੇ ਕੈਨੇਡਾ ਹੀ ਮੇਨ ਕੰਟਰੀਜ਼ ਆ ਜਿਨ੍ਹਾਂ ਨੂੰ ਕਿ ਇਹਦੇ ਵਿੱਚ ਬਾਹਰ ਰੱਖਿਆ ਗਿਆ ਤੇ ਖੋਲ੍ਹਿਆ ਤੇ ਜਾਣਾ ਚਾਹੀਦਾ ਸੀਗਾ। ਪਰ ਹੁਣ ਆਪਾਂ ਦੇਖ ਰਹੇ ਹਾਂ, ਪਹਿਲਾਂ ਵੀ ਗੱਲ ਕੀਤੀ ਆ ਵੀ ਜਿੱਥੇ ਰੋਮ ਦੇ ਵਿੱਚ ਇਕੱਠੇ ਹੋਏ ਸੀ ਜਸਟਿਨ ਟਰੂਡੋ ਤੇ ਨਰਿੰਦਰ ਮੋਦੀ, ਪਰ ਮੁਲਾਕਾਤ ਕੋਈ ਨਹੀਂ ਕੀਤੀ। ਉਹ ਤੋਂ ਬਾਅਦ ਉਹ ਗਲਾਸਗੋ ਚਲੇ ਗਏ ਇਕੱਠੇ, ਮਤਲਬ ਆਪਾਂ ਆਪਣੇ ਜਹਾਜ਼ਾਂ ਦੇ ਵਿੱਚ, ਪਰ ਮੁਲਾਕਾਤ ਉੱਥੇ ਵੀ ਨਹੀਂ ਕੀਤੀ। ਸੋ ਜਿਸ ਤਰੀਕੇ ਦੇ ਨਾਲ ਇਹ ਟੈਰਰਿਜ਼ਮ ਜਾਂ ਬਾਕੀ ਸਾਰੀਆਂ ਗੱਲਾਂ ਬਾਤਾਂ NIA ਦੀ ਟੀਮ ਇੱਥੋਂ ਹੋ ਕੇ ਗਈ ਹੈ, ਸੋ ਤਰ੍ਹਾਂ ਦੇ ਬਹਾਨੇ ਉੱਧਰੋਂ ਬਣਾਏ ਜਾਂਦੇ ਆ ਕੈਨੇਡਾ ਤੇ। ਸੋ ਇਸ ਕਰਕੇ ਡਿਸਟੈਂਸ ਜਿਹੜੀ ਆ ਥੋੜ੍ਹੀ ਵਧੀ ਹੋਈ ਆ। ਚਲੋ ਗੱਲੇ ਬਾਤੀ ਤਾਂ ਭਾਵੇਂ ਕਿਹਾ ਜਾਂਦਾ ਵੀ ਬਹੁਤ ਸਾਡੇ ਜੀ ਰਿਲੇਸ਼ਨਸ਼ਿਪ ਬੜੇ ਕਮਾਲ ਦੇ ਆ, ਪਰ ਇਹੋ ਜਿਹੇ ਜਿਹੜੇ ਸਟੈਪਸ ਚੁੱਕੇ ਜਾਂਦੇ ਉਹਦੇ ਤੋਂ ਜਾਣੀ ਲੱਗਦਾ ਹੁੰਦਾ ਵੀ ਇੰਨੇ ਵੀ ਕਮਾਲ ਦਾ ਰਿਲੇਸ਼ਨਸ਼ਿਪ ਹੈ ਨਹੀਂ ਆ ਕਿ ਜਿੱਥੇ ਹੋਰ ਸੈਂਕੜੇ ਦੇਸ਼ਾਂ ਦੇ ਲੋਕਾਂ ਦੇ ਵਾਸਤੇ ਏਸ਼ੀਆ ਦੇ ਵਿੱਚ, ਅਫਰੀਕਾ ਦੇ ਵਿੱਚ ਮਤਲਬ ਵੀਜ਼ਾ ਜਿਹੜਾ ਉਹ ਖੋਲ੍ਹਿਆ ਜਾ ਸਕਦਾ। ਵੀਜ਼ਾ ਤੇ ਫਿਰ ਕੈਨੇਡੀਅਨਸ ਵਾਸਤੇ ਕਿਉਂ ਨਹੀਂ ਖੋਲ੍ਹਿਆ ਜਾ ਸਕਦਾ? US ਵਾਸਤੇ ਖੋਲ੍ਹਿਆ ਜਾ ਸਕਦਾ ਤੇ ਕੈਨੇਡੀਅਨਸ ਵਾਸਤੇ ਕਿਉਂ ਨਹੀਂ ਖੋਲ੍ਹਿਆ ਜਾ ਸਕਦਾ? ਸੋ ਉਹ ਉਸ ਕਰਕੇ ਇਹ ਹੈ ਜੀ ਵੀ ਹਜੇ ਲੇਕਿਨ ਕਿ ਅੱਜ ਦੀ ਸਥਿਤੀ ਦੇ ਵਿੱਚ ਉਹ ਕਹਿ ਰਿਹਾ ਕਿ ਕੈਨੇਡੀਅਨਸ ਵਾਸਤੇ ਜਿਹੜਾ ਜੀ ਵੀ ਵੀਜ਼ਾ ਆਨਲਾਈਨ ਇਹ ਅਨਟਿਲ ਫਰਦਰ ਨੋਟਿਸ ਰਿਮੇਨਸ ਸਸਪੈਂਡਡ। ਚਲੋ ਜੀ, ਸੋ ਆਪਾਂ ਇੱਕ ਵਾਰੀ ਕਲੀਅਰ ਕਰ ਦਈਏ ਕਿ 30 ਦਿਨ ਦਾ ਤੁਹਾਨੂੰ ਵੀਜ਼ਾ ਮਿਲਣਾ ਹੈ ਜੀ।
ਅੱਜ ਅਪਲਾਈ ਕਰੋਗੇ ਤਾਂ ਜੌਲ ਸਾਹਿਬ ਨੇ ਕਿਹਾ ਇਟ ਕੁਡ ਟੇਕ ਅਪ ਟੂ 30 ਡੇਜ਼। ਜਿਹੜੇ ਸਾਡੇ ਹੁਣ ਦੇ ਵੀਜ਼ੇ ਲੱਗੇ ਹੋਏ ਨੇ 10-10 ਸਾਲ 5-5 ਸਾਲਾਂ ਦੇ, ਉਹ ਹਾਲੇ ਰੱਦ ਨੇ ਜੀ, ਉਹ ਸਸਪੈਂਡਡ ਕੀਤੇ ਗਏ ਨੇ। ਆਨਲਾਈਨ ਈ ਵੀਜ਼ਾ ਵੀ ਹਾਲੇ ਚਾਲੂ ਨਹੀਂ ਹੋਇਆ। ਰਾਈਟ ਜੌਲ ਸਾਹਿਬ, ਇਹ ਸਮਾਪਤੀ ਆ ਇਹਦੀ। ਯੈਸ ਅਰਸ਼, ਵੈਸੇ ਜਿਹੜਾ ਤੁਸੀਂ ਕਹਿਣਾ ਵੀ ਅਪ ਟੂ, ਉਹ ਕਹਿੰਦੇ ਨਹੀਂ ਜੀ ਐਟ ਲੀਸਟ ਘੱਟੋ ਘੱਟ 30 ਦਿਨ, ਘੱਟੋ ਘੱਟ ਮਹੀਨਾ। ਚਲੋ ਘੱਟੋ ਘੱਟ ਜੇ ਤੁਸੀਂ ਜਾਣਾ ਇੰਡੀਆ ਨੂੰ ਤਾਂ ਹੁਣ ਤੋਂ ਹੀ ਅਪਲਾਈ ਕਰ ਲਓ, ਫਿਰ ਤੁਸੀਂ ਦਸੰਬਰ ਜਾਂ ਜਨਵਰੀ ਦੇ ਵਿੱਚ ਜਾ ਸਕਦੇ ਹੋ, ਉਹ ਵੀ ਸਿਰਫ 30 ਦਿਨਾਂ ਲਈ। ਅੱਛਾ ਜੌਲ ਸਾਹਿਬ, ਜੇ ਉੱਥੇ ਐਕਸਟੈਂਸ਼ਨ ਲੈਣੀ ਹੋਵੇ ਤਾਂ ਮਿਲ ਸਕਦੀ ਕਿ ਨਹੀਂ? ਯੈਸ, ਦੇਖੋ ਜੇ ਇਹਦੇ ਇੰਡੀਅਨ ਓਰੀਜਨ ਦੇ ਲੋਕ ਆ ਨਾ, ਉਹਨਾਂ ਨੂੰ ਵੱਡੀ ਪ੍ਰੋਬਲਮ ਇਹਦੇ ਵਿੱਚ ਸ਼ਾਇਦ ਨਾ ਆਵੇ, ਕਿਉਂਕਿ ਆਪਣੇ ਲੋਕ ਤੁਹਾਨੂੰ ਪਤਾ ਹੀ ਆ ਵੀ ਮਹੀਨੇ ਵਾਸਤੇ ਕੌਣ ਜਾਂਦਾ, ਬਹੁਤ ਥੋੜਾ ਹੁੰਦਾ ਜੇ ਕੋਈ ਐਮਰਜੈਂਸੀ ਪਰਪਸ ਹੋਵੇ ਤਾਂ। ਬਟ ਦੂਸਰੇ ਪਾਸੇ ਇਸ ਵੇਲੇ ਜਿਹੜੇ ਖਾਸ ਤੌਰ ਤੇ ਸੀਨੀਅਰਸ ਆ ਨਾ ਜੀ, ਵੀ ਉਹ ਤਾਂ ਰੂਟੀਨ ਦੇ ਮੁਤਾਬਕ ਜਾਣਾ ਚਾਹੁੰਦੇ ਆ, ਆਪਣਾ 6 ਮਹੀਨੇ ਪੈਨਸ਼ਨ ਦੇ ਲਿਹਾਜ਼ ਨਾਲ 6 ਮਹੀਨਿਆਂ ਦੇ ਵਿੱਚ ਉਹਨਾਂ ਨੇ ਮੁੜਨਾ ਹੁੰਦਾ। ਪਰ ਜੋ ਇਸ ਵੇਲੇ ਇਹ ਆ, ਪਹਿਲੇ ਦਿਨ ਤੋਂ ਹੀ ਆਪਾਂ ਦੱਸ ਰਹੇ ਹਾਂ ਵੀ ਇਸ ਤਰ੍ਹਾਂ ਦੀਆਂ ਅੜਚਣਾਂ ਜਾਂ ਢੁੱਚੜਾਂ ਡਾਹੀਆਂ ਕਿਉਂ ਜਾ ਰਹੀਆਂ ਸਰਕਾਰ ਦੇ ਵੱਲੋਂ, ਵੀ ਲੋਕਾਂ ਨੂੰ ਮੈਸੇਜ ਇਹ ਦੇਣਾ ਚਾਹੁੰਦੇ ਵੀ ਜੇ ਨਹੀਂ ਆਉਣ ਦੀ ਲੋੜ ਭਾਈ ਤੇ ਬੈਠੇ ਰਹੋ, ਸਾਡੇ ਕੋਲ ਨਾ ਆਓ, ਹਜੇ ਨਾ ਆਓ, ਕਿਉਂਕਿ 460 ਲੋਕ ਕੋਵਿਡ ਕਰਕੇ ਅੱਜ ਵੀ ਮਰੇ ਆ ਤੇ ਹਜੇ ਬਿਮਾਰੀ ਉੱਥੋਂ ਗਈ ਨਹੀਂ। ਰਾਈਟ। ਸੋ ਇਹ ਬੇਨਤੀ ਕੀਤੀ ਜਾਂਦੀ ਹੈ ਜੀ ਕਿ ਅਗਰ ਤੁਹਾਨੂੰ ਬਹੁਤ ਹੀ ਜ਼ਰੂਰੀ ਜਾਣਾ ਹੋਵੇ ਤਾਂ ਜਾਇਓ, ਨਹੀਂ ਤਾਂ ਆਪਣੇ ਪਲੀਜ਼ ਘਰੇ ਬੈਠੇ ਰਹੋ ਜਿੰਨਾ ਚਿਰ ਸਾਰਾ ਕੁਝ ਸੌਰਟ ਆਊਟ ਨਹੀਂ ਹੋ ਜਾਂਦਾ। ਜੌਲ ਸਾਹਿਬ, ਅਗਲੀ ਖਬਰ ਵੀ ਕਾਫੀ ਇੰਟਰਸਟਿੰਗ ਵੀ ਹੈ ਐਂਡ ਇਸ ਦੇ ਵਿੱਚ ਡਿਸਕਸ਼ਨ ਵੀ ਕਰਨੀ ਚਾਹੀਦੀ ਹੈ ਕਿ ਜੋ ਬਰੈਂਪਟਨ ਦੇ ਵਿੱਚ ਐਜ਼ ਅ ਰੀਅਲ ਸਟੇਟ ਏਜੰਟ, ਜੋ ਬਰੈਂਪਟਨ ਦੇ ਵਿੱਚ ਡਰਾਈਵੇਜ਼ ਨੇ, ਕਈਆਂ ਨੇ ਇਲੀਗਲੀ ਵੱਡਾ ਕੀਤਾ ਹੈ ਤੇ ਹੁਣ ਇਹ ਆ ਰਿਹਾ ਹੈ ਕਿ ਬਰੈਂਪਟਨ ਸਰਕਾਰ ਫੋਰਗਿਵਨੈਸ ਨਹੀਂ ਦੇਵੇਗੀ ਇਸ ਚੀਜ਼ ਦੇ ਵਿੱਚ, ਭਾਵ ਤੁਹਾਨੂੰ ਫਾਈਨਸ ਵੀ ਮਿਲਣਗੇ ਇਸ ਚੀਜ਼ ਦੇ ਵਿੱਚ। ਅਰਸ਼, ਵੈਸੇ ਦੇਖਿਆ ਜਾਵੇ ਵੀ ਲੋਕ ਤਾਂ ਨਾ ਬਰੈਂਪਟਨ ਦੇ ਵਿੱਚ ਲੱਖਾਂ ਹੀ ਰਹਿੰਦੇ ਆ, ਪਰ ਇਹ ਹੁਣ ਸਿਟੀ ਦੇ ਰਿਕਾਰਡ ਦੇ ਮੁਤਾਬਕ ਇੰਨਾ ਕੁ ਪਾਇਆ ਗਿਆ ਵੀ 1000 ਦੇ ਕਰੀਬ ਉਹ ਲੋਕ ਆ ਜਿਨ੍ਹਾਂ ਨੇ ਇਹ ਆਪਣੇ ਡਰਾਈਵੇ ਜਿਹੜੇ ਜਾਣੀ ਕਿ ਹੱਦੋਂ ਵੱਧ ਇਲੀਗਲ ਵਾਈਡ ਕੀਤੇ ਹੋਏ ਆ, ਪੱਕੇ ਵਗੈਰਾ ਕਰਾ ਕੇ। ਹੁਣ ਇਹਦੇ ਵਿੱਚ ਇਹ ਆ ਜੀ ਵੀ ਆਪਾਂ ਪਹਿਲਾਂ ਵੀ ਡਿਟੇਲ 'ਚ ਡਿਸਕਸ ਕੀਤਾ ਸੀਗਾ ਵੀ ਅਸੀਂ ਉਸ ਮਾਨਸਿਕਤਾ ਨੂੰ ਇੱਥੇ ਲੈ ਕੇ ਆਏ ਹਾਂ ਜਿਹਦੇ ਵਿੱਚ ਕਿ ਜਾਣੀਆਂ ਗਲੀਆਂ ਵਗੈਰਾ, ਚੌਂਕ ਵਗੈਰਾ ਜਾਂ ਸ਼ਾਮਲਟ ਜ਼ਮੀਨਾਂ ਵਗੈਰਾ ਦੱਬਣੀਆਂ, ਮੱਲਣੀਆਂ ਜੀ, ਇਹ ਸਾਡੇ ਲਈ ਆਮ ਗੱਲ ਆ ਨਾ। ਸੋ ਇਸੇ ਮਾਨਸਿਕਤਾ ਦੇ ਤਹਿਤ ਇਹ ਜਿਹੜੀਆਂ ਬਾਈਲਾ ਵਾਇਓਲੇਸ਼ਨਸ ਹੈਗੀਆਂ ਇੱਥੇ ਜਾਣੀ ਕਿ ਆਮ ਦੇਖਣ ਨੂੰ ਮਿਲਦੀਆਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ, ਜਿਹਦਾ ਕਿ ਜਾਣੀ ਕਿ ਵੀ ਇਹ ਲੋੜੋਂ ਵੱਧ ਇਹ ਜਿਹੜੇ ਡਰਾਈਵੇਜ਼ ਆ ਇਹਨਾਂ ਨੂੰ ਚੌੜੇ ਕਰ ਲੈਣਾ ਜਾਂ ਪੱਕੇ ਕਰਾ ਲੈਣਾ ਜਾਂ ਜਿਸ ਵੀ ਤਰੀਕੇ ਦੇ ਨਾਲ ਇਹ ਸਾਰੀ ਸਿਚੁਏਸ਼ਨ ਹੈਗੀ ਆ। ਇਹਦੇ ਵਿੱਚ ਹੁਣ ਜਿਹੜੇ ਇਹ ਡਰਾਈਵੇਜ਼ ਜਾਣੀ ਕਿ ਇਲੀਗਲੀ ਵਧਾਏ ਹੋਏ ਆ, ਉਹਨਾਂ ਨੂੰ ਹਾਂਜੀ ਪੱਕੇ ਕੀਤਾ ਹੋਇਆ, ਤੇ ਉਹਦੇ ਵਿੱਚ ਫਿਰ ਸਿਟੀ ਨੇ ਹੁਣ ਬਾਈ ਲਾ ਲੈ ਕੇ ਆਂਦਾ ਸੀਗਾ ਵੀ ਕਿੱਦਾਂ ਫਿਊਚਰ ਦੇ ਵਿੱਚ ਇਹ ਸਭ ਕੁਝ ਬੈਟਰ ਜਿਹੜਾ ਉਹ ਮੈਨੇਜ ਕਰਨਾ। ਉਹਦੇ ਵਾਸਤੇ ਫਿਰ ਬਕਾਇਦਾ ਤੌਰ ਤੇ ਉਹਨਾਂ ਨੇ ਜਾਣੀ ਕਿ ਡਰਾਈਵੇ ਪਰਮਿਟ ਸਿਸਟਮ ਆ ਜਿਹੜਾ ਲਾਗੂ ਕੀਤਾ ਹੋਇਆ ਜੀ, ਜਿਹਦੇ ਵਿੱਚ ਕਿ ਜਾਣੀ ਉੱਥੇ ਪੰਜਾਬ ਦੇ ਪਿੰਡਾਂ ਦੇ ਵਿੱਚ ਤੇ ਲੋਕ ਕਹਿੰਦੇ ਨਾ ਜੀ ਹਾਂਜੀ ਕਰ ਦਿਓ ਕਰਨਾ, ਤੇ ਮਿਸਤਰੀਆਂ ਨੇ ਨਾ, ਕਿਸੇ ਨੇ ਆਪ ਤਾਂ ਕਰਨਾ ਨਹੀਂ। ਰਾਈਟ। ਹੁਣ ਮਿਸਤਰੀ ਨਾ ਕਰੇ ਤੇ ਉਹ ਨਹੀਂ ਹੋ ਸਕਦਾ, ਪਰ ਉੱਥੇ ਹੁਣ ਮਿਸਤਰੀਆਂ ਦਾ ਤੁਹਾਨੂੰ ਪਤਾ ਵੀ ਆਪੋ ਤਾਂ ਪਈ ਹੋਈ ਹੈ, ਕੌਣ ਪੁੱਛਦਾ ਹੈ। ਰਾਈਟ। ਆਪਾਂ ਮੁੱਛਾਂ ਨੂੰ ਤਾਂ ਦੇਖਿਓ ਉੱਥੇ ਕਨਾਲ ਜਗ੍ਹਾ 'ਚ ਕੋਠੀ ਤੇ ਬਣਾਵਾਂਗੇ, ਪਰ ਜੇ ਸਕੂਟਰ ਕਾਰ ਅੰਦਰ ਲੰਘਾਉਣੀ ਆ ਤੇ ਉਹਦੇ ਲਈ ਅਸੀਂ ਗਲੀ ਘੇਰਨੀ ਆ। ਖੱਬੇ ਵੀ ਤੇ ਸੱਜੇ ਵੀ ਇਹੀ ਹਾਲ ਆ ਲੋਕਾਂ ਦਾ। ਉਹ ਆਪਣੀ ਜਿੱਥੋਂ ਲੰਘਣੀ ਆ ਗਲੀ ਜਾਣੀ ਕਿ ਉਹਨੂੰ ਤੰਗ ਕਰ ਰਹੇ, ਉੱਥੋਂ ਰੋਜ਼ ਲੰਘਣਾ, ਆਪ ਵੀ ਉੱਥੋਂ ਲੰਘਣਾ ਤੇ ਲੋਕਾਂ ਨੇ ਵੀ ਉੱਥੋਂ ਲੰਘਣਾ, ਆਪਣਾ ਰਾਹ ਬੰਦ ਕੀਤਾ ਜਾ ਰਿਹਾ ਆਪ। ਬਿਲਕੁਲ। ਐਨੀਵੇਜ਼ ਉਹ ਫਿਰ ਜਿਹੜੀ ਮਾਨਸਿਕਤਾ ਜਾਣੀ ਕਿ ਇੱਥੇ ਜਾ ਕੇ ਜਦੋਂ ਨਹੀਂ ਸੁਧਰਦੀ, ਫਿਰ ਇਹੋ ਜਿਹੀਆਂ ਸਿਚੁਏਸ਼ਨਸ ਜਿਹੜੀਆਂ ਪੈਦਾ ਹੁੰਦੀਆਂ, ਕਿਉਂਕਿ ਲੱਖਾਂ ਲੋਕ ਰਹਿੰਦੇ ਬਰੈਂਪਟਨ ਦੇ ਵਿੱਚ। ਹੋਰ ਜੀ ਸਾਰੇ ਘਰਾਂ 'ਚ ਇੱਦਾਂ ਨਹੀਂ ਆ, ਕੁਛ ਚੋਣਵਿਆਂ 'ਚ ਆ, ਕਿਉਂ ਆ ਕੁਛ ਚੋਣਵਿਆਂ 'ਚ ਸੋਚਿਆ ਜਾਵੇ। ਸੋ ਇਸ ਕਰਕੇ ਇਹ ਆ ਜੀ ਵੀ ਹੁਣ ਇਹ ਮੰਗ ਉੱਠੀ ਸੀ ਵੀ ਇਹ ਜਿਹੜਾ ਡਰਾਈਵੇ ਇੱਦਾਂ ਜਾਣੀ ਕਿ ਵੀ ਪਰਮਿਟ ਸਿਸਟਮ ਨਵਾਂ ਆ ਰਿਹਾ, ਉਹਦੇ ਵਿੱਚ ਫੜੋ ਫੜਾਈ ਹੈ ਵੀ ਜਿਹੜੇ ਇਹ ਗਲਤ ਚੌੜੇ ਕੀਤੇ ਹੋਏ ਡਰਾਈਵੇ ਆ ਉਹਨਾਂ ਨੂੰ ਐਮਨੈਸਟੀ ਦੇ ਦਿੱਤੀ ਜਾਣੀ ਚਾਹੀਦੀ ਆ, ਉਹਨਾਂ ਨੂੰ ਮਾਫ ਕਰ ਦਿੱਤਾ ਜਾਣਾ ਚਾਹੀਦਾ, ਤੇ ਇੱਦਾਂ ਹੀ ਜਾਣੀ ਕਿ ਵੀ ਗ੍ਰੈਂਡ ਫਾਦਰਿੰਗ ਵੀ ਮਤਲਬ ਹਾਂਜੀ ਜਿੱਦਾਂ ਬਣੇ ਆ ਵੀ ਉਹਨਾਂ ਨੂੰ ਉੱਦਾਂ ਹੀ ਮੰਨ ਲਿਆ ਜਾਵੇ, ਹਨਾ, ਅੱਗੋਂ ਜਾਣੀ ਕਿ ਨਵੇਂ ਨਾ ਬਣਨ ਦਿੱਤੇ ਜਾਣ। ਪਰ ਇਹ ਸਿਟੀ ਕੌਂਸਲ ਦੇ ਵਿੱਚ ਜਿਹੜਾ ਜਾਣੀ ਮਤਾ ਪਿਛਲੇ ਹਫ਼ਤੇ ਮੀਟਿੰਗ ਜਿਹੜੀ ਹੋਈ ਆ ਉਹਦੇ ਵਿੱਚ ਰਿਜੈਕਟ ਹੋ ਗਿਆ, ਜਾਣੀ 6 ਵੋਟਾਂ ਇਹਦੇ ਵਿਰੁੱਧ ਪਈਆਂ ਵੀ ਕੋਈ ਐਮਨੈਸਟੀ ਜਿਹੜੀ ਨਹੀਂ ਮਿਲਣੀ ਚਾਹੀਦੀ ਸਿਟੀ ਕੌਂਸਲ, ਸਾਰੀ ਵੋਟਾਂ ਉਹਦੇ ਹੱਕ ਵਿੱਚ ਪਈਆਂ। ਸੋ ਜਿਹਦੇ ਕਰਕੇ ਹੁਣ ਇਹ ਆ ਜੀ ਵੀ ਜਾਣੀ ਇਹ ਸਿਸਟਮ
ਡਰਾਈਵਵੇ ਪਰਮਿਟ ਸਿਸਟਮ ਦੇ ਵਿੱਚ ਇਹ ਆ ਵੀ ਜਿਹੜਾ ਕੰਟਰੈਕਟਰ ਆ ਨਾ ਜਿਹਨਾਂ ਨੇ ਬਣਾਉਣਾ ਹੈ ਇਹ ਉਹਨਾਂ ਦੀ ਲਾਇਬਿਲਿਟੀ ਹੋਊਗੀ, ਉਹਨਾਂ ਦੀ ਰਿਸਪੌਂਸਿਬਿਲਿਟੀ ਹੋਏਗੀ ਤੇ ਜੇ ਓਨਰ ਕਹੇ ਵੀ ਤੇ ਤੁਸੀਂ ਬਣਾਉਣਾ ਨਹੀਂ ਆ। ਓ ਵਾਓ, ਓਕੇ 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 ਓਕੇ। ਕਿਉਂਕਿ ਕੰਟਰੈਕਟਰ ਹੈ ਜਿਹੜਾ ਉਹਨੂੰ ਲਾਇਸੈਂਸ ਲੈਣਾ ਪੈਣਾ ਸਿਟੀ ਤੋਂ ਤੇ ਉਹਦੀ ਇਹ ਜ਼ਿੰਮੇਵਾਰੀ ਹੋਊਗੀ। ਬਿਲਕੁਲ ਇਹੀ ਜਾਣੀ ਕਿ ਜਿਹੜੀ ਉੱਥੇ ਇਹ ਖੁਦਗਰਜ਼ ਮਾਨਸਿਕਤਾ ਭਾਰਤ ਦੇ ਵਿੱਚ ਵੀ ਨੱਥੀ ਜਾ ਸਕਦੀ ਆ ਵੀ ਜਿਹੜੇ ਮਿਸਤਰੀ ਆ ਜੇ ਉਹਨਾਂ ਨੂੰ ਜੁਰਮਾਨੇ ਕੀਤੇ ਜਾਣ ਤੇ ਬਣਾਊ ਕੌਣ, ਹਨਾ। ਇਹ ਲੇਕਿਨ ਕਿ ਚਲੋ ਇਹ ਹੁਣ ਇੱਥੇ ਬਰੈਂਪਟਨ ਦੇ ਵਿੱਚ ਇਹਨਾਂ ਨੇ ਲਾ ਇਸ ਤਰੀਕੇ ਦਾ ਲਿਆਂਦਾ ਸੀਗਾ ਬਾਈ ਲਾ ਜਿਹਦੇ ਤਹਿਤ ਕਿ ਜਾਣੀ ਕਿ ਕਾਰਵਾਈਆਂ ਉਹ ਕਰਨ ਦੇ ਲਈ ਤਿਆਰ ਬਰ ਤਿਆਰ ਨੇ। ਪਰ ਲੇਕਿਨ ਕਿ ਇਹ ਸੀਗਾ ਵੀ ਜਿਹਨਾਂ ਨੇ ਚਲੋ ਹੁਣ ਤੱਕ ਬਣਾ ਲਏ ਉਹਨਾਂ ਨੂੰ ਕਿਸੇ ਤਰ੍ਹਾਂ ਛੱਡ ਦਿੱਤਾ ਜਾਵੇ। ਇਹ ਜਿਹੜਾ ਮੋਸ਼ਨ ਗੁਰਪ੍ਰੀਤ ਢਿੱਲੋਂ ਨੇ ਲਿਆਂਦਾ ਸੀਗਾ ਇਹ ਸਿਟੀ ਕੌਂਸਲ ਦੇ ਵਿੱਚ ਥਰੂ ਨਹੀਂ ਹੋ ਸਕਿਆ। ਸੋ ਜੋਲ ਸਾਹਿਬ ਕੀ ਹੋਗਾ ਕਿ ਇੱਕ ਇੱਕ ਘਰ ਜਾ ਕੇ ਪੱਟਣਗੇ? ਉਹਨਾਂ ਨੇ ਮੇਜਰਮੈਂਟਸ ਦਿੱਤੀਆਂ ਹੋਈਆਂ ਨਾ ਵੀ ਜੇ ਤੁਹਾਡਾ I mean ਜਿਹੜੇ ਹੋਏ ਆ ਜਿਹੜੇ ਆਲਰੇਡੀ ਹੋ ਚੁੱਕੇ ਆ ਕੀ ਹੋਊਗਾ ਉਹਨਾਂ ਨੂੰ? ਜਾਂ ਫਿਰ ਫਾਈਨ ਮਿਲੂਗਾ ਜਾਂ ਫਿਰ ਉਹ ਗ੍ਰੈਂਡਫਾਦਰ ਹੀ ਕਰਨਾ ਪਊਗਾ ਔਰ ਜਾਂ ਫਿਰ ਪੱਟਣਗੇ ਤਾਂ ਫਿਰ ਖਰਚਾ ਫਿਰ ਸਾਡਾ ਟੈਕਸ ਪੇਅਰ ਤੇ ਖਰਚਾ ਲੱਗੂਗਾ। ਨਹੀਂ ਜੇ ਤਾਂ ਉਹਦੇ ਵਿੱਚ ਜਾਣੀ ਕਿ ਇਸ ਤਰੀਕੇ ਦੀ ਆਪਸ਼ਨ ਹੋਏਗੀ ਵੀ ਉਹਨੂੰ ਰੀਐਡਜਸਟ ਕੀਤਾ ਜਾ ਸਕਦਾ ਜਿੰਨਾ ਕੁ ਇਲੀਗਲ ਆ ਵੀ ਉਹਨੂੰ ਪੱਟ ਕੇ ਦੁਬਾਰਾ ਉੱਥੇ ਘਾ ਲਾਇਆ ਜਾ ਸਕਦਾ। ਇਹ ਹੁਣ ਡਿਪੈਂਡ ਕਰਦਾ ਵੀ ਕਿਸੇ ਨੇ ਕਿਸ ਤਰੀਕੇ ਦੇ ਨਾਲ ਉੱਥੇ ਮਨਮਰਜ਼ੀ ਕੀਤੀ ਆ, ਹਨਾ। ਰਾਈਟ। ਤੇ ਆਮ ਤੌਰ ਤੇ ਹੁਣ ਜਿਹੜਾ ਕੰਟਰੈਕਟ ਜਾਣੀ ਬਣਾਊਗਾ ਏਦਾਂ ਗਲਤ ਉਹਨੂੰ ਹੀ ਸਿਟੀ ਨੇ ਕਹਿਣਾ ਜਾ ਕੇ ਪੱਟ ਕੇ ਆ। That will be a very interesting to watch. ਇਸ ਕਰਕੇ ਕੈਨੇਡਾ ਆ ਇੱਥੇ ਮੇਰਾ ਵਿਆਹ ਵੀ ਹੋ ਗਿਆ ਤੇ ਇੱਥੇ everything is normal ਤੇ ਹਾਲੇ ਤੱਕ ਕਿਚਨ ਦਾ ਇੱਕ ਪਾਰਟ ਆ ਉਹ ਨਹੀਂ ਹਾਲੇ ਬੰਦਾ ਲਾ ਕੇ ਗਿਆ ਤੇ ਡਰਾਈਵੇ ਦਾ ਕੀ ਬਣੂਗਾ? ਲਓ ਜੀ ਲੈਟਸ ਫਾਈਂਡ ਪਰ ਦੇਖੋ ਜੀ ਵੀ ਨਵਾਂ ਮੁਲਕ ਤੇ ਨਵੀਆਂ ਗੱਲਾਂ, ਨਵੇਂ ਮੁਲਕ ਚ ਆ ਕੇ ਜੇ ਗੱਲਾਂ ਪੁਰਾਣੀਆਂ ਕਰਾਂਗੇ ਤੇ ਫਿਰ ਇਹ ਸਿੱਟੇ ਸਾਹਮਣੇ ਆ ਸਕਦੇ। ਆਈ ਨੋ ਚਲੋ ਜੀ ਜੋਲ ਸਾਹਿਬ ਆਓ ਫਿਰ ਗੱਲਬਾਤ ਕਰੀਏ ਡਰੱਗਸ ਦੇ ਬਾਰੇ। ਡਰੱਗਸ ਦਾ ਜੋ ਕਿ ਵੈਨਕੂਵਰ ਦੇ ਵਿੱਚ ਐਜ਼ ਵੀ ਨੋ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਵਿਕਾਊ ਵੀ ਹੈ ਐਂਡ ਇਹਨੂੰ ਕੰਜ਼ਿਊਮ ਵੀ ਕੀਤਾ ਜਾਂਦਾ ਹੈ, ਪਰੰਤੂ ਮੋਰ ਡੈਥਸ ਇਨ BC ਹੋ ਰਹੇ ਨੇ ਡਰੱਗਸ ਦੇ ਨੂੰ ਲੈ ਕੇ then COVID-19. So that means more people died consuming drugs than COVID-19. Yes, ਅਰਸ਼ੇ ਨਾ ਬੜੀ ਕੰਸਰਨਿੰਗ ਰਿਪੋਰਟ ਆ ਜਿਹੜਾ ਕਿ ਡਰੱਗ ਓਵਰਡੋਜ਼ ਆਪਾਂ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਅਕਸਰ ਇਹਦੀਆਂ ਗੱਲਾਂ ਕਰਦੇ ਹਾਂ ਵੀ ਅਕਸਰ ਜੋ ਕੁਝ ਉੱਥੇ BC ਚ ਮੇਨਲੀ ਜਾਣੀ ਵੈਨਕੂਵਰ ਏਰੀਆ ਚ ਹੁੰਦਾ ਫਿਰ ਉਹ ਲੇਟਰ ਨੂੰ ਸਮਝਿਆ ਜਾਂਦਾ ਵੀ ਟੋਰਾਂਟੋ ਚ ਵੀ ਹੋਣ ਲੱਗ ਪੈਂਦਾ, ਜਿਹਦੇ ਕਰਕੇ ਇੱਥੇ ਵੀ ਜਾਣੀ ਪੀਲ ਰੀਜਨ ਦੇ ਵਿੱਚ ਵੀ ਕਾਫੀ ਓਵਰਡੋਜ਼ ਦੇ ਇਸ਼ੂਜ਼ ਉਹ ਔਨਗੋਇੰਗ ਆਉਂਦੇ ਰਹਿੰਦੇ ਆ। ਯਾਨੀ ਕਿ ਡੈਥ ਹੈ ਜਿਹੜੀਆਂ ਅੱਗੇ ਨਾਲੋਂ ਇੱਥੇ ਓਨਟਾਰੀਓ ਦੇ ਵਿੱਚ ਵੀ ਵਧੀਆਂ ਹੋਈਆਂ, ਪਰ ਉੱਥੇ ਇਹ ਮੀਨਸ ਜਾਣੀ ਕਿ ਇਸ ਤਰ੍ਹਾਂ ਇਹ ਫੈਲਿਆ ਹੋਇਆ ਕੋਡ ਤੇ ਵੀ ਜੇ ਹੁਣ ਦੇਖਿਆ ਜਾਵੇ ਆ 9 ਮਹੀਨੇ ਜਿਹੜੇ ਇਸ ਸਾਲ 2021 ਦੇ ਲੰਘ ਕੇ ਗਏ ਆ 1500 ਤੋਂ ਵੱਧ ਲੋਕ ਡਰੱਗ ਓਵਰਡੋਜ਼ ਕਰਕੇ ਮਾਰੇ ਗਏ ਹਨਾ। 1534। ਹੁਣ ਡਰੱਗ ਓਵਰਡੋਜ਼ ਦੇ ਵਿੱਚ ਕੀ ਆ ਵੀ ਜਾਣੀ ਜਿੰਨੇ ਵੀ ਚਿੱਟੇ ਨਸ਼ੇ ਕਹਿ ਲਓ ਆਪਾਂ ਕੈਮੀਕਲ ਵਾਲੇ ਹੈਗੇ ਆ ਰਸਾਇਣਕ ਆ ਜਾਣੀ ਉਹਨੂੰ ਆਪਾਂ ਕੋਕੀਨ ਉੱਚ ਗਿਣ ਲਓ ਤੁਸੀਂ, ਫੈਂਟਾਨਿਲ ਗਿਣ ਲਓ ਤੇ ਜਾਂ ਫਿਰ ਇਹ ਜਾਣੀ ਹੋਰ ਜਿੱਦਾਂ ਦੇ ਵਿੱਚ ਚਿੱਟੇ ਨਸ਼ੇ ਆ ਜੀ ਇਹਨਾਂ ਨੂੰ ਆਪਾਂ ਸਮਝਦੇ ਆ ਵੀ ਉਹਦੇ ਟੀਕੇ ਲਾ ਲਈਏ ਨਾੜਾਂ ਦੇ ਵਿੱਚ ਜਾਂ ਉਹਦੀਆਂ ਗੋਲੀਆਂ ਖਾ ਲਈਏ ਹਨਾ। ਤੇ ਗੋਲੀਆਂ ਜੇ ਵੀ ਇੱਕ ਦੀ ਬਜਾਏ ਆਪਾਂ 10 ਖਾ ਲਈਏ, ਟੀਕਾ ਵੀ ਇੱਕ ਦੀ ਬਜਾਏ 2-3 ਉਹਦੇ ਜਿਹੜੀ ਸਟਰੈਂਥ ਆ ਬਣਾ ਕੇ ਉਹ ਭਰ ਕੇ ਸਿਰਿੰਜ ਨਾੜ ਦੇ ਵਿੱਚ ਸੁੱਟ ਦਈਏ ਤੇ ਹੁਣ ਸਰੀਰ ਦੀ ਤੇ ਇੱਕ ਸਮਰੱਥਾ ਆ ਜਿਹੜੀ ਉਹਨੂੰ ਜਰੂਗੀ। ਉਸ ਤੋਂ ਬਾਅਦ ਫਿਰ ਜਿਹੜਾ ਜੀ ਵੀ ਦਿਲ ਨੇ ਵੀ ਖੜ ਜਾਣਾ ਤੇ ਦਿਮਾਗ ਨੇ ਵੀ ਖੜ ਜਾਣਾ ਖਾਸ ਤੌਰ ਤੇ। ਸੋ ਤਦ ਕਰਕੇ ਲੇਕਿਨ ਕਿ ਇਹ ਸਿਚੁਏਸ਼ਨ ਉੱਥੇ ਜਿਹੜੀ ਅੱਜ ਵੀ ਬੜੀ ਬਣੀ ਹੋਈ ਆ ਆਪਣੇ ਆਪ ਦੇ ਵਿੱਚ ਕਿਉਂਕਿ ਇਹ ਕੋਵਿਡ ਤੋਂ ਪਹਿਲਾਂ ਜਾਣੀ ਕਿ 2019 ਜਿਹੜਾ ਸਾਲ ਸੀਗਾ ਉਦੋਂ ਉਸ ਸਾਲ ਦੇ 9 ਮਹੀਨਿਆਂ 'ਚ ਵੀ ਜਾਣੀ 1240 ਮੌਤਾਂ ਹੋਈਆਂ ਸੀਗੀਆਂ ਜਿਹੜੀਆਂ ਕਿ ਹੁਣ ਇਸ ਸਾਲ ਦੇ ਵਿੱਚ ਵੱਧ ਕੇ ਇਹ 1534 ਹੋਈਆਂ। ਪਰ ਹੈਰਾਨੀ ਦੀ ਗੱਲ ਹੈ ਕਿ ਜਾਣੀ ਕਿ ਕੋਵਿਡ ਦੇ ਕਰਕੇ ਇਹਨਾਂ 9 ਮਹੀਨਿਆਂ ਦੇ ਵਿੱਚ ਮੌਤਾਂ ਜਦੋਂ ਕਿ 1534 ਹੋਈਆਂ ਨਾ ਨਸ਼ਿਆਂ ਕਰਕੇ, ਕੋਵਿਡ ਦੀ ਚਰਚਾ ਵੱਧ ਸੀ ਜਿਹਦੇ ਕਰਕੇ ਮੌਤਾਂ ਹੋਈਆਂ 1061। ਮਤਲਬ 1.5 ਗੁਣਾ ਓਵਰਡੋਜ਼ ਕਰਕੇ ਮੌਤਾਂ ਹੋ ਗਈਆਂ, ਓਵਰਡੋਜ਼ ਕਰਕੇ। ਤੇ ਚਰਚਾ ਤੇ ਆਪਾਂ ਰੌਲਾ ਕੋਵਿਡ ਦਾ ਪਾਇਆ, ਕੋਵਿਡ ਕਰਕੇ ਮੌਤਾਂ ਘੱਟ ਹੋਈਆਂ ਨਸ਼ਿਆਂ ਦੇ ਨਾਲ ਜਾਣੀ ਕਿ ਵੱਧ ਹੋਈਆਂ ਉੱਥੇ BC ਦੇ ਵਿੱਚ। ਸੋ ਇਸ ਕਰਕੇ ਅੱਜ ਵੀ 2016 ਤੋਂ ਪਿਛਲੇ 5 ਸਾਲਾਂ 'ਚ ਜਾਣੀ ਸਮਝਿਆ ਜਾਂਦਾ ਵੀ ਨਸ਼ਿਆਂ ਕਰਕੇ ਮੌਤਾਂ BC ਦੇ ਵਿੱਚ ਦੁੱਗਣੀਆਂ ਹੋ ਚੁੱਕੀਆਂ। ਸੋ
ਤੇ ਜ਼ਿਆਦਾ ਜਾਣੀ ਕਿ ਏਜ ਗਰੁੱਪ ਵੀ ਯੰਗ ਏਜ ਦੇ ਵਿੱਚ ਹੀ ਸਮਝਿਆ ਜਾਂਦਾ ਵੀ ਜਿਹੜੀਆਂ ਡੈਥਸ ਹੋ ਰਹੀਆਂ ਨਾ ਮਿਸ ਯੂਜ਼ ਕਰਕੇ ਡਰੱਗਸ ਦਾ ਜਾਂ ਓਵਰਡੋਜ਼ ਕਰਕੇ, ਰਾਈਟ, ਇਹ ਮੇਨਲੀ ਜਾਣੀ 30 ਤੋਂ 60 ਸਾਲ ਦੇ ਵਿੱਚ ਜਿਹੜੀ ਏਜ ਹੁੰਦੀ ਆ 2/3 ਜਿੰਨੇ ਕੁ ਵੀ ਇਹ ਮਰਨ ਵਾਲੇ ਲੋਕ ਆ ਜਾਣੀ 70% ਤੱਕ, ਤੇ ਵੈਨਕੂਵਰ ਏਰੀਆ ਦੇ ਵਿੱਚ ਜਾਣੀ ਸਭ ਤੋਂ ਸੀਰੀਅਸ ਇਹ ਇਸ਼ੂ ਆ ਡਰੱਗ ਓਵਰਡੋਜ਼ ਦਾ। ਵੈਰੀ ਸ਼ੌਕਿੰਗ ਨਿਊਜ਼ ਹੈ ਜੀ। ਸੋ ਪਲੀਜ਼ ਇੱਕ ਤਾਂ ਆਪਣੇ ਬੱਚਿਆਂ ਨੂੰ ਜਿਹੜੇ ਹਾਈ ਸਕੂਲ ਦੇ ਵਿੱਚ ਜਾ ਰਹੇ ਨੇ ਜਾਂ ਜਿਹੜੇ ਇਸ ਕਦਮ ਦੇ ਵਿੱਚ ਤੁਹਾਨੂੰ ਲੱਗਦਾ ਕਿ ਲੱਛਣ ਤੁਹਾਨੂੰ ਸਾਹਮਣੇ ਨਜ਼ਰ ਆ ਰਹੇ ਨੇ, ਪਲੀਜ਼ ਉਹਨਾਂ ਨਾਲ ਬਹਿ ਕੇ ਡਿਸਕਸ ਕਰੋ, ਉਹਨਾਂ ਨੂੰ ਸਹੀ ਰਸਤੇ 'ਤੇ ਪਾਓ, ਬਿਕਾਜ਼ ਇਹ ਜਿਹੜੀ ਉਮਰ ਹੈ ਨਾ ਹਾਈ ਸਕੂਲ ਦੀ, ਇਹ ਬਹੁਤ ਹੀ ਕ੍ਰਿਟੀਕਲ ਉਮਰ ਹੁੰਦੀ ਹੈ ਜੀ। ਜੌਲ ਸਾਹਿਬ ਯੈਸ, ਨਹੀਂ ਦੇਖੋ ਇਹ ਸਦਾ ਆਪਾਂ ਦੇਖਦੇ ਹਾਂ ਵੀ ਸਕੂਲਾਂ ਦੇ ਵਿੱਚ ਬਾਹਰ ਹੁਣ ਕਮਿਊਨਿਟੀ ਦੇ ਵਿੱਚ ਗੱਲ ਤਾਂ ਚੱਲਦੀ ਆ ਨਾ ਵੀ ਸਕੂਲਾਂ 'ਚ ਨਸ਼ੇ ਵਿਕਦੇ ਆ ਤੇ ਟੀਚਰ ਜਿਹੜੇ ਆ ਉਹਨਾਂ ਨੂੰ ਇਹ ਸਭ ਕੁਝ ਦਾ ਪਤਾ ਹੁੰਦਾ। ਹੁਣ ਤੁਸੀਂ ਤਾਂ ਇੱਥੇ ਪੜ੍ਹੇ ਹੋ, ਤੁਹਾਨੂੰ ਪਤਾ ਹੋਊਗਾ ਵੀ ਟੀਚਰਾਂ ਨੂੰ ਕਿੰਨਾ ਕੁ ਪਤਾ ਹੁੰਦਾ ਜਾਂ ਬੱਚਿਆਂ ਨੂੰ ਕਿੰਨਾ ਸਾਰਾ ਕੁਝ। ਸਰ ਜੌਲ ਸਾਹਿਬ ਹਾਈ ਸਕੂਲ ਦੇ ਵਿੱਚ ਤਾਂ ਸ਼ਰੇਆਮ ਸਿਗਰਟਾਂ ਬਾਹਰ ਪੀਂਦੇ ਨੇ ਬੱਚੇ, ਐਂਡ ਉਹੀ ਨਾ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਹੈ ਕਿ ਜੇ ਤੂੰ ਟਰਾਈ ਕੀਤਾ ਤੇ ਫਿਰ ਪੀਅਰ ਪ੍ਰੈਸ਼ਰ ਵੀ ਹੁੰਦਾ। ਇਸ ਉਮਰ ਦੇ ਵਿੱਚ ਪੀਅਰ ਪ੍ਰੈਸ਼ਰ ਬੜਾ, ਜਿਹੜਾ ਬੱਚਾ ਪੀਅਰ ਪ੍ਰੈਸ਼ਰ ਨੂੰ ਸੰਭਾਲ ਜੇਗਾ ਨਾ ਇਸ ਉਮਰ ਦੇ ਵਿੱਚ, ਆਈ ਥਿੰਕ ਉਹ ਬਹੁਤ ਕਾਮਯਾਬ ਹੋਵੇਗਾ ਅੱਗੇ ਚੱਲ ਕੇ। ਜਾਂ ਪੀਅਰ ਪ੍ਰੈਸ਼ਰ ਦਾ ਸਿੰਪਲ ਰੂਲ ਹੈ ਕਿ ਤੁਸੀਂ ਕਿਸੇ ਦਾ ਪ੍ਰੈਸ਼ਰ ਤੂੰ ਲੈਣਾ ਉਹਨੂੰ ਆਪਣਾ ਦੇ ਕੇ ਆ ਜਾਓ। That's good. That's good. ਮੇਰੇ ਕੋਲ ਪੀਅਰ ਮੈਨੂੰ ਨਹੀਂ ਕਿਸੇ ਨੇ ਪੜਾਇਆ ਕਦੀ, ਨਾ ਕਦੀ ਖਿਲਾਇਆ ਕੁਝ। ਰਾਈਟ ਨਹੀਂ, ਜੌਲ ਸਾਹਿਬ ਤੁਹਾਡੀ ਗੱਲ ਸਹੀ ਹੈ ਇਹਦੇ ਵਿੱਚ। ਤੇ ਤੁਸੀਂ ਆਪਣਾ ਜਾ ਕੇ ਉੱਥੇ ਉਹਨੂੰ ਪੀਅਰ ਪ੍ਰੈਸ਼ਰ ਦਿਓ, ਉਹਦਾ ਜ਼ਰੂਰ ਲੈ ਕੇ ਆਉਣਾ, ਇੰਨੇ ਕਮਲੇ ਹੋ। ਜੀ 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 ਜੀ, ਅਗਲੇ ਨੂੰ ਆਪਣਾ ਪ੍ਰੈਸ਼ਰ ਦੇ ਕੇ ਆਓ। ਵੈਰੀ ਵੈਲ ਸੈਡ। ਤੂੰ ਪੀ ਰਹੀ ਹੈ ਗਲਤ ਹੈ, ਮੈਂ ਨਹੀਂ ਇਹ ਕੰਮ ਕਰਾਂਗਾ, ਉਹਦਾ ਛਡਾ ਕੇ ਆਉਣਾ ਕਿ ਆਪ ਲੱਗ ਕੇ ਆਉਣਾ। ਨਹੀਂ ਇਹ ਤਾਂ ਚਲੋ ਦੈਟ ਬੱਚਿਆਂ ਨੂੰ ਦੇ ਆਰ ਵੈਰੀ ਸਮਾਰਟ ਥੀਸ ਡੇਜ਼। ਸੋ ਪਲੀਜ਼ ਆਪਣੇ ਬੱਚਿਆਂ ਨੂੰ, ਆਪਣੇ ਆਪ ਨੂੰ ਸਪੈਂਡ ਫੈਮਿਲੀ ਟਾਈਮਸ, ਉਹਨਾਂ ਨਾਲ ਗੱਲਬਾਤ ਕਰੋ, ਉਹਨਾਂ ਦੀ ਦਿਲ ਦੀ ਗੱਲਾਂ ਸਮਝਣ ਦੀ ਕੋਸ਼ਿਸ਼ ਕਰੋ, ਬਿਕਾਜ਼ ਇਹ ਜਿਹੜੇ 2 ਸਾਲ ਨੇ ਕਾਫੀ ਕ੍ਰਿਟੀਕਲ ਰਹੇ ਬੱਚਿਆਂ ਦੇ ਮੈਂਟਲ ਸਟੇਟ ਆਫ ਮਾਈਂਡ ਦੇ ਵਿੱਚ। ਸੋ ਪਲੀਜ਼ talk to your kids if they need help। 905 813 1320 ਇਸ ਹਿੱਸੇ ਨੂੰ ਜੌਲ ਸਾਹਿਬ ਕੱਲ ਹਰਮਿੰਦਰ ਹੰਸੀ ਦੇ ਆਫਿਸ ਜਾਣ ਨੂੰ ਮਿਲਿਆ, ਲੋਟਸ ਫਿਊਨਰਲ ਹੋਮ ਕ੍ਰਿਮੇਸ਼ਨ ਸੈਂਟਰ। ਉਹਨਾਂ ਦੀ ਸਾਡੀ ਵਾਰਤਾਲਾਪ ਨੂੰ ਬਹੁਤ ਪਸੰਦ ਕੀਤਾ ਤੇ ਕਹਿੰਦੇ ਆਰਸ਼ ਜੀ ਵੀ ਰੀਲੀ ਵਾਂਟ ਟੂ ਐਕਸਕਲੂਸਿਵਲੀ ਸਪਾਂਸਰ ਦਿਸ ਸੈਗਮੈਂਟ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸਾਡੇ ਝੋਲੀ ਦੇ ਵਿੱਚ ਰੀੜ ਦੀ ਹੱਡੀ ਬਣੇ ਹੋਏ ਨੇ, ਸੌਰੀ ਬੈਕਬੋਨ ਦੀ ਹੱਡੀ ਕਹਿ ਲਓ, ਐਂਡ ਸਾਡੇ ਥੰਮ ਨੇ ਜੀ ਉਹ ਲੋਟਸ ਫਿਊਨਰਲ ਹੋਮ ਵਾਲੇ ਦੇ ਵੀਰ ਹਰਮਿੰਦਰ ਹੰਸੀ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਅੰਤਮ ਰਸਮਾਂ ਵਾਸਤੇ ਇੱਕੋ ਛੱਤ ਥੱਲੇ ਤੁਹਾਡੇ ਵਾਸਤੇ, ਤੁਹਾਡੇ ਦੁੱਖ ਦੇ ਸਾਥੀ ਲੋਟਸ ਫਿਊਨਰਲ ਹੋਮ 6475478188। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਐਂਡ ਤੁਹਾਡੇ ਵਾਸਤੇ ਸ਼ੁਭ ਇਸ਼ਾਵਾਂ ਭੇਜੀਆਂ ਨੇ ਹੰਸੀ ਸਾਹਿਬ ਨੇ ਜੀ। ਹਾਂਜੀ, ਨਹੀਂ ਹੰਸੀ ਸਾਹਿਬ ਨਾਲ ਪਿਛਲੇ ਦਿਨ ਮੇਰੀ ਗੱਲ ਵੀ ਹੋਈ ਸੀ ਤੇ ਬੜੇ ਸਤਿਕਾਰਯੋਗ ਇਨਸਾਨ ਨੇ, ਬਹੁਤ ਹੰਬਲ ਨੇ ਜੀ, ਔਰ ਬੜਾ ਮੈਨੂੰ ਸਰਪ੍ਰਾਈਜ਼ ਵੀ ਸੀਗਾ ਉਹਨਾਂ ਦਾ, ਵੈਸੇ ਪਲੇਜ਼ੈਂਟ ਸਰਪ੍ਰਾਈਜ਼ ਸੀਗਾ ਕਿ ਆਲ ਆਫ ਸਡਨ ਉਹਨਾਂ ਦੀ ਕਾਲ ਆਈ ਜੀ। ਤੋ ਉਹਨਾਂ ਨੇ ਖੁਦ ਵੀ ਜਾਣੀ ਇਹ ਸਭ ਕੁਝ ਨੂੰ ਪਸੰਦ ਕੀਤਾ, ਉਹਨਾਂ ਦਾ ਵੀ ਸ਼ੁਕਰੀਆ, ਔਰ ਖਾਸ ਤੌਰ ਤੇ ਜੀ ਕਿ ਇਹ ਸਮੁੱਚੀ ਉਹਨਾਂ ਦੀ ਮੈਨੇਜਮੈਂਟ ਦਾ ਵੀ ਜੀ। ਇਹਦੇ ਨਾਲ ਹੀ ਜਾਣੀ ਕਿ ਸਾਡੇ ਸਰੋਤਿਆਂ ਦਰਸ਼ਕਾਂ ਦਾ ਬੜਾ ਧੰਨਵਾਦ ਤੇ ਵੀ ਜਿਨ੍ਹਾਂ ਦੇ ਵੱਲੋਂ ਜਾਣੀ ਕਿ ਫੀਡਬੈਕ ਇਸ ਤਰ੍ਹਾਂ ਦੀ ਰੈਗੂਲਰਲੀ ਆਪਾਂ ਨੂੰ ਆਉਂਦੀ ਰਹਿੰਦੀ ਹੈ, ਤੇ ਫਿਰ ਉਹਦੇ ਨਾਲ ਇਹ ਵੀ ਪਤਾ ਲੱਗਦਾ ਵੀ ਕਿਸ ਤਰੀਕੇ ਦੀ ਗੱਲ ਸਾਡੇ ਭੈਣ ਭਰਾ ਜਿਹੜੇ ਵੀ ਸੁਣਨਾ ਚਾਹੁੰਦੇ ਆ ਜੀ, ਤੇ ਕਿਸ ਤਰ੍ਹਾਂ ਦੀ ਸਾਨੂੰ ਕਰਨੀ ਚਾਹੀਦੀ ਆ। ਤੇ ਉਸ ਲਿਹਾਜ਼ ਨਾਲ ਇਹ ਆ ਵੀ ਕਿਉਂਕਿ ਕੁੱਲ ਮਿਲਾ ਕੇ ਜੋ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਨਾ, ਭਾਵੇਂ ਖਬਰ ਕੋਈ ਵੀ ਹੋਵੇ, ਕਹਿਣਾ ਇਹ ਚਾਹੁੰਦੇ ਆ ਕਿ ਆਪਾਂ ਬਹੁਤ ਦੂਰ ਚੱਲ ਕੇ ਆਏ ਆ, ਤੇ ਕਿਸੇ ਨੂੰ ਇਹ ਲਫ਼ਜ਼ ਚੰਗਾ ਲੱਗੇ ਜਾਂ ਬੁਰਾ, ਆਏ ਆ ਆਪਾਂ ਉਜੜ ਕੇ, ਉਜੜੇ ਬਿਨਾਂ ਕੋਈ ਨਹੀਂ ਤੁਰਦਾ ਜੀ ਆਪਣੀ ਜਨਮ ਭੂਮੀ ਨੂੰ ਛੱਡ ਕੇ ਜੀ। ਉਜੜ ਕੇ ਤੁਰੇ ਆ ਤੇ ਫਿਰ ਵਸ ਜਾਈਏ, ਜੇ ਵਸਣ ਵਾਲੇ ਫਿਰ ਕੰਮ ਕਰ ਲਈਏ। ਇਸ ਮੁਲਕ 'ਚ ਉੱਥੋਂ ਅਰਦਾਸਾਂ, ਅਖੰਡ ਪਾਠ, ਭੰਗੜੇ, ਪਾਰਟੀਆਂ ਕਰਕੇ ਕੋਈ ਨਹੀਂ ਆਇਆ, ਕੋਈ ਨਹੀਂ ਆਈ ਕਿ ਮੈਂ ਚੋਰ ਨਹੀਂ ਕੈਨੇਡਾ ਦਾ ਬਣਨ ਚੱਲੀ ਆ। ਹਰ LMIA ਵੇਚਣ ਵਾਲਾ ਭੈਣ ਭਰਾ ਚੋਰ ਤੇ ਚੋਰਨੀਆਂ ਕਾਨੂੰਨ ਦੇ ਵਿੱਚ ਜੀ। ਇਹ ਚੀਜ਼ਾਂ ਕਰਨ ਅਸੀਂ ਇੱਥੇ ਨਹੀਂ ਆਏ, ਕੈਨੇਡਾ ਨੂੰ ਘੁਣ ਵਾਂਗ ਖਾਣ ਨਹੀਂ ਆਏ। ਆਪਾਂ ਗੱਲ ਕਰ ਚੁੱਕੇ ਹਾਂ BC ਤੋਂ ਬਾਅਦ ਸਸਕਾਚੁਆਨ 'ਚ ਵੀ ਪਤਾ ਲੱਗ ਰਿਹਾ ਕਿ ਪੰਜਾਬੀ ਫੈਮਿਲੀਜ਼ ਦੇ ਵਿੱਚ ਜਿਹੜੇ ਉਹਨਾਂ ਦੇ ਇੱਥੇ ਬੱਚੇ ਪੈਦਾ ਹੋ ਕੇ ਵੱਡੇ ਹੋਏ ਆ, ਉਹ ਵੀ LMIA ਵੇਚ ਰਹੇ ਆ। ਬਿਲਕੁਲ, ਮਤਲਬ ਹੁਣ ਅਸੀਂ ਇਹ ਜਾਗ ਏਦਾਂ ਲਾ ਚੁੱਕੇ ਹਾਂ ਆਪਣੇ, ਹਨਾ। ਉਹ ਕਹਿਣ ਦਾ ਮਤਲਬ ਇਹ ਆ ਵੀ ਇੰਨੀ ਕਮੀ ਆਪਾਂ ਆਏ ਨਹੀਂ। ਕੁੱਲ ਮਿਲਾ ਕੇ ਸੰਦੇਸ਼ ਸਾਡਾ ਇਹੀ ਹੁੰਦਾ ਵੀ ਇਸ ਮੁਲਕ 'ਚ ਹੁਣ ਆਪਾਂ ਵਸ ਜਾਈਏ ਜੀ, ਤਾਂ ਕਿ 100-200 ਸਾਲਾਂ ਬਾਅਦ ਤੁਹਾਡੀਆਂ ਅਗਲੀਆਂ ਨਸਲਾਂ ਨੂੰ ਉਜੜ ਕੇ ਕੋਈ ਹੋਰ ਆਪਣਾ ਟਿਕਾਣਾ ਨਾ ਲੱਭਣਾ ਪਵੇ, ਕੈਨੇਡਾ ਦੇ ਵਿੱਚ ਵਸੇ ਰਹੀ ਜੀ। ਜੌਲ ਸਾਹਿਬ ਕੁਇਕਲੀ ਸਾਡੇ ਕੋਲ ਸਿਰਫ 2 ਮਿੰਟ ਨੇ। ਸਸਕੈਚੁਆਨ ਦੀ ਪ੍ਰੀਮੀਅਰ, ਇਹ ਕਾਫੀ ਇੰਟਰਸਟਿੰਗ ਖਬਰ ਹੈ, ਵਾਂਟਸ ਕੰਟਰੀ ਇਨ ਕੰਟਰੀ, ਇਹਦਾ ਕੀ ਮਤਲਬ ਹੈ? ਉਹ ਨਾ ਥੋੜੇ ਗੁੱਸੇ ਹੋ ਕੇ ਲੱਗਦੇ ਜਸਟਨ ਟਰੂਡੋ ਹੋਣਾ ਦੇ ਨਾਲ। ਉਹ ਗੁੱਸੇ ਇਸ ਗੱਲੋਂ ਹੋ ਗਏ, ਕਹਿੰਦੇ ਜੀ ਵੀ ਤੁਸੀਂ ਗਏ ਉੱਥੇ ਇੰਗਲੈਂਡ ਗਲਾਸਗੋ 'ਚ ਜਿਹੜੀ ਚੱਲਦੀ ਪਈ ਆ ਮੀਟਿੰਗ, ਹਾਂਜੀ, ਕਲਾਈਮੇਟ ਚੇਂਜ ਨੂੰ ਫਿਕਰਮੰਦੀ ਬੜੀ ਆ ਵੀ ਅਸੀਂ ਉੱਥੇ
ਕਾਨਫਰੰਸ ਚੱਲ ਰਹੀ ਹੈ ਜਿਹੜੀ ਕਿ ਉਹ ਪਰਸੋਂ ਨੂੰ ਸਮਾਪਤ ਹੋਣੀ ਆ, ਉਹਦੇ ਵਿੱਚ ਤੁਸੀਂ ਜਾ ਕੇ ਕਹਿੰਦੇ ਵੀ ਕਹੇ ਆ ਵੀ ਅਸੀਂ ਅਗਲੇ 9 ਸਾਲਾਂ ਦੇ ਵਿੱਚ ਯਾਨੀ 2030 ਤੱਕ ਐਮਿਸ਼ਨ ਦਾ ਜਿਹੜੇ ਇਹ 75% ਤੱਕ ਘਟਾ ਦਿਆਂਗੇ। ਚਲੋ ਤੁਸੀਂ ਉੱਥੇ ਕਹਿ ਹੋ, ਪਰ ਸਾਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ। ਸਾਡੀ ਪ੍ਰੀਮੀਅਰ ਦੀ ਜਾਂ ਫਿਰ ਸਾਡੀ ਜਾਣੀ ਕਿ ਪ੍ਰੋਵਿੰਸ ਦੀ ਕੋਈ ਇਹਦੇ ਵਿੱਚ ਓਪੀਨੀਅਨ ਨਹੀਂ ਲਈ ਗਈ ਵੀ ਇਹ ਕਿੱਦਾਂ ਹੋਣਾ ਚਾਹੀਦਾ। ਰਾਈਟ। ਤੇ ਜੇ ਕਹਿੰਦੇ ਵੀ ਇਸ ਤਰੀਕੇ ਨਾਲ ਫੈਡਰਲ ਗਵਰਨਮੈਂਟ ਨੇ ਕੰਮ ਕਰਨਾ ਤੇ ਫਿਰ ਅਸੀਂ ਕਾਹਦੇ ਮੁਲਕ ਦਾ ਹਿੱਸਾ ਹੋਏ। ਸੋ ਇਸ ਕਰਕੇ ਉਹ ਕਹਿੰਦੇ ਜੀ ਵੀ ਅਸੀਂ ਇਸ ਤਰ੍ਹਾਂ ਦਾ ਪਲਾਨ ਬਣਾਵਾਂਗੇ। ਸਕਾਟ ਮੋਰ ਜਿਹੜੇ ਸਸਕਾਚਵਨ ਦੇ ਪ੍ਰੀਮੀਅਰ ਆ, ਤੇ ਅਸੀਂ ਜਿਹੜਾ ਜੀ ਵੀ ਮੋਰ ਆਟੋਨੋਮੀ ਯਾਨੀ ਕਿ ਸਸਕਾਚਵਨ ਕੰਟਰੀ ਵਿਦਨ ਕੰਟਰੀ ਹੋਵੇ, ਇਸ ਤਰ੍ਹਾਂ ਦੀ ਪਲੈਨਿੰਗ ਤੇ ਕੰਮ ਕਰਨਾ ਚਾਹੁੰਦੇ ਹਾਂ। ਆਲਰਾਈਟ ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਜੌਲ ਸਾਹਿਬ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਆਫਟਰ ਦ ਸ਼ੋ ਤਾਂ 4168953784 4168953784 ਤੇ ਜੌਲ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਐਂਡ ਇਸ ਨੰਬਰ ਨੂੰ ਡਾਇਲ ਕਰਕੇ ਸੇਵ ਕਰਕੇ WhatsApp ਗਰੁੱਪ ਤੇ ਵੀ ਜੌਲ ਸਾਹਿਬ ਦੇ ਅਪ ਟੂ ਡੇਟ ਨਿਊਜ਼ ਤੇ ਤੁਸੀਂ ਕਹ ਲਓ ਕਿ ਜੁੜ ਸਕਦੇ ਹੋ। ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਥੈਂਕ ਯੂ ਸੋ ਮਚ ਜੌਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।